हेलो एवरीवन, गुड मॉर्निंग। आज अपना न्यू टॉपिक है टाइप्स ऑफ चेंज इंडिविजुअल ਲੈਵਲ ਚੇਂਜਸ। ਹੁਣ ਹਰ ਆਰਗੇਨਾਈਜੇਸ਼ਨ ਦੇ ਵਿੱਚ ਕੁਝ ਨਾ ਕੁਝ ਚੇਂਜਸ ਹੁੰਦੇ ਰਹਿੰਦੇ ਨੇ। ਠੀਕ ਹੈ, ਹੁਣ ਇਹਨਾਂ ਨੇ ਕੁਝ ਚੇਂਜਸ ਦੱਸੇ ਹੋਏ ਨੇ ਵੀ ਕਿਸ ਟਾਈਪ ਦੇ ਚੇਂਜ ਹੁੰਦੇ ਨੇ ਤੇ ਕਿਸ ਟਾਈਪ ਦੀ ਮੈਨੇਜਮੈਂਟ ਨੂੰ ਕਿਵੇਂ ਉਹਨਾਂ ਚੇਂਜਸ ਨਾਲ ਟੈਕਲ ਕਰਨਾ ਚਾਹੀਦਾ ਹੈ। ਜਿਵੇਂ ਫਸਟ ਹੈ ਇੰਡੀਵਿਜੂਅਲ ਲੈਵਲ ਚੇਂਜ। ਇੰਡੀਵਿਜੂਅਲ ਲੈਵਲ ਚੇਂਜ ਕੀ ਹੁੰਦਾ ਹੈ? ਕਈ ਵਾਰ ਇੰਡੀਵਿਜੂਅਲ ਲੈਵਲ 'ਤੇ ਚੇਂਜ ਕਿਉਂ ਆਉਂਦਾ ਹੈ? ਆਪਾਂ ਜੋਬ ਅਸਾਈਨਮੈਂਟ ਕੁਝ ਡਿਫਰੈਂਟ ਦੇ ਰਹੇ ਉਹਨਾਂ ਇੰਪਲੋਏ ਦਾ ਟਰਾਂਸਫਰ ਹੋ ਜਾਂਦਾ, ਲੋਕੇਸ਼ਨ ਡਿਫਰੈਂਟ ਮਤਲਬ ਲੋਕੇਸ਼ਨ ਡਿਫਰੈਂਟ 'ਤੇ ਇੰਪਲੋਏ ਦਾ ਟਰਾਂਸਫਰ ਹੋ ਜਾਂਦਾ ਹੈ। ਠੀਕ ਹੈ, ਮੈਚਿਓਰਿਟੀ ਲੈਵਲ ਆਫ ਅ ਪਰਸਨ ਚੇਂਜ ਹੋ ਜਾਂਦੀ ਹੈ ਵਿਚ ਅਕਰਸ ਓਵਰ ਅ ਪੈਸੇਜ ਆਫ ਟਾਈਮ। ਮਤਲਬ ਇੱਕ ਆਪਣਾ ਟਾਈਮ ਜਦੋਂ ਤੱਕ ਪਾਸ ਆਊਟ ਹੁੰਦਾ ਰਹਿੰਦਾ ਤਾਂ ਚੇਂਜਸ ਆਉਂਦੇ ਰਹਿੰਦੇ ਨੇ। ਇੰਡੀਵਿਜੂਅਲ ਦੇ ਵਿੱਚ ਵੀ ਇੰਡੀਵਿਜੂਅਲ ਦੀ ਨੇਚਰ ਹਮੇਸ਼ਾ ਸਟੈਟਿਕ ਨਹੀਂ ਰਹਿੰਦੀ। ਠੀਕ ਹੈ, ਜਨਰਲ ਓਪੀਨੀਅਨ ਕੀ ਕਹਿੰਦਾ ਹੈ ਕਿ ਇੰਡੀਵਿਜੂਅਲ ਲੈਵਲ ਵਿਲ ਨਾਟ ਹੈਵ ਅ ਸਿਗਨੀਫਿਕੈਂਟ ਇੰਪਲੀਕੇਸ਼ਨ ਫॉर ਦ ਆਰਗੇਨਾਈਜੇਸ਼ਨ। ਆਪਾਂ ਕਹਿ ਦਿੰਦੇ ਹਾਂ ਵੀ ਨਹੀਂ, ਹੁਣ ਆਪਣੀ ਇੱਕ ਹੋਲ ਆਰਗੇਨਾਈਜੇਸ਼ਨ ਦੇ ਵਿੱਚ 500 ਵਰਕਰਸ ਕੰਮ ਕਰ ਰਹੇ ਸਪੋਜ਼। ਠੀਕ ਹੈ, ਇੱਕ ਪਰਸਨ ਦੇ ਨਾਲ ਅਗਰ ਆਪਾਂ ਜਨਰਲ ਸੈਂਸ ਲਗਾਈਏ ਕਿ ਆਪਾਂ ਕਹਿ ਦਾਂਗੇ ਇੱਕ ਪਰਸਨ ਨਾਲ ਪੂਰੀ ਆਰਗੇਨਾਈਜੇਸ਼ਨ ਨਹੀਂ ਇਫੈਕਟ ਹੁੰਦੀ, ਬਟ ਨਹੀਂ, ਇਹ ਚੀਜ਼ ਬਿਲਕੁਲ ਗਲਤ ਹੈ। ਬਟ ਦਿਸ ਇਜ਼ ਨਾਟ ਕਰੈਕਟ ਬਿਕੋਜ਼ ਇੰਡੀਵਿਜੂਅਲ ਲੈਵਲ ਚੇਂਜ ਵਿਲ ਹੈਵ ਐਨ ਇੰਪੈਕਟ ਔਨ ਦ ਗਰੁੱਪ। ਹੁਣ ਇੱਕ ਇੰਡੀਵਿਜੂਅਲ ਦਾ ਮੇਬੀ ਗਰੁੱਪ ਬਣਿਆ ਹੋਇਆ 10-15 ਮੈਂਬਰਸ ਦਾ, ਠੀਕ ਹੈ, ਉਹਨਾਂ ਦਾ ਅੱਗੇ ਗਰੁੱਪ ਬਣਿਆ ਹੋਇਆ, ਤਾਂ ਇੱਕ ਪਰਸਨ ਪੂਰੇ ਗਰੁੱਪ ਨੂੰ ਇਫੈਕਟ ਕਰੇਗਾ। ਤਾਂ ਇਟ ਮੀਨਸ ਇਹ ਇਨਡਾਇਰੈਕਟਲੀ ਕਿਹਨੂੰ ਇਫੈਕਟ ਕਰ ਰਿਹਾ? ਹੋਲ ਆਰਗੇਨਾਈਜੇਸ਼ਨ ਨੂੰ। Therefore, a manager should never treat the employees in isolations। ਉਹਨਾਂ ਨੂੰ ਕਦੇ ਵੀ ਇਹ ਟਰੀਟ ਨਹੀਂ ਕਰਨਾ ਚਾਹੀਦਾ ਕਿ ਸਾਡੇ ਮਤਲਬ ਮੈਨੇਜਰਸ ਨੇ ਜੋ ਇੰਪਲਾਈਜ਼ ਨੇ ਉਹ ਇਕੱਲੇ ਪਰਸਨਸ ਨੇ। ਨਹੀਂ, ਉਹਨਾਂ ਨੂੰ ਇਹ ਮਤਲਬ ਸਮਝਣਾ ਚਾਹੀਦਾ ਕਿ ਜੋ ਇੰਡੀਵਿਜੂਅਲ ਲੈਵਲ ਚੇਂਜ ਹੈ ਉਹਨਾਂ ਦਾ ਰਿਜ਼ਲਟ ਹੈ, ਮਤਲਬ ਇੰਡੀਵਿਜੂਅਲ ਦਾ ਲੈਵਲ ਦਾ ਇੰਪੋਰਟੈਂਟ ਆਪਾਂ ਨੂੰ ਕੰਸੀਡਰ ਕਰਨਾ ਚਾਹੀਦਾ ਜੋ ਵੀ ਆਪਾਂ ਚੇਂਜਸ ਆਰਗੇਨਾਈਜੇਸ਼ਨ ਦੇ ਵਿੱਚ ਲੈ ਕੇ ਆਵਾਂਗੇ। ਗਰੁੱਪ ਲੈਵਲ ਚੇਂਜਸ ਕੀ ਹੁੰਦੇ ਨੇ? ਦੋ ਗਰੁੱਪਸ ਹੁੰਦੇ ਨੇ ਆਰਗੇਨਾਈਜੇਸ਼ਨ ਦੇ ਵਿੱਚ, ਇੱਕ ਫਾਰਮਲ ਗਰੁੱਪ ਹੁੰਦਾ, ਇੱਕ ਇਨਫਾਰਮਲ ਗਰੁੱਪ ਹੁੰਦਾ। ਫਾਰਮਲ ਗਰੁੱਪ ਦਾ ਕੀ ਹੁੰਦਾ ਕਿ ਫਾਰਮਲ ਗਰੁੱਪ ਨੂੰ ਸਮਝਾਉਣਾ ਕਰਨਾ ਈਜ਼ੀ ਹੁੰਦਾ ਕਿਉਂਕਿ ਉਹ ਈਜ਼ੀਲੀ ਚੇਂਜਸ ਜਿਹੜੇ ਮੈਨੇਜਮੈਂਟ ਕਰਦੀ ਹੈ ਉਹ ਈਜ਼ੀਲੀ ਆਪਣੇ ਆਪ ਨੂੰ ਸਮਝ ਲੈਂਦੇ ਨੇ ਕਿ ਨਹੀਂ, ਮੈਨੇਜਮੈਂਟ ਨੇ ਕਿਹਾ ਸਾਨੂੰ ਕਰਨੇ ਪੈਣੇ ਆ। ਇਨਫਾਰਮਲ ਗਰੁੱਪ ਦੇ ਵਿੱਚ ਕੀ ਹੁੰਦਾ? ਉਹਨਾਂ ਦੀ ਇਨਹੈਰੈਂਟ ਸਟਰੈਂਥ ਬਹੁਤ ਬਣੀ ਹੁੰਦੀ ਹੈ ਅੰਦਰੋਂ। ਅਗਰ ਉਹਨਾਂ ਨੇ ਇੱਕ ਵਾਰ ਨਹੀਂ ਕਰਨ ਨੂੰ ਕਹਿਤਾ ਕੰਮ ਤਾਂ ਉਹ ਨਹੀਂ ਕਰਨਗੇ, ਅਗਰ ਉਹਨਾਂ ਨੇ ਹਾਂ ਕਰਨ ਨੂੰ ਕਹਿਤਾ ਤਾਂ ਉਹ ਕਰਨਗੇ। ਠੀਕ ਹੈ, ਚੇਂਜਸ ਜਿਹੜੇ ਗਰੁੱਪ ਲੈਵਲ ਦੇ ਵਿੱਚ ਚੇਂਜਸ ਹੁੰਦੇ ਨੇ ਉਹ ਵਰਕ ਫਲੋ ਦੇ ਵਿੱਚ ਇਫੈਕਟ ਕਰਦੇ ਆ, ਜੌਬ ਡਿਜ਼ਾਈਨ, ਸੋਸ਼ਲ ਆਰਗੇਨਾਈਜੇਸ਼ਨਸ। ਠੀਕ ਹੈ, ਦ ਗਰੁੱਪ ਪਰਟੀਕੁਲਰਲੀ ਦ ਇਨਫਾਰਮਲ ਗਰੁੱਪ ਹੈਵ ਅ ਲੋਟ ਆਫ ਇਨਫਲੂਐਂਸ ਔਨ ਦ ਇੰਡੀਵਿਜੂਅਲ ਮੈਂਬਰ ਆਫ ਦ ਗਰੁੱਪ। As such, by effectively implementing change at the group level, resistance at the individual level can be frequently overcome। Organization level change, ਹੁਣ ਕਈ ਮਤਲਬ ਹੁਣ ਚੇਂਜਸ ਆਉਂਦੇ ਨੇ, ਇੰਡੀਵਿਜੂਅਲ ਦੇ ਆਉਂਦੇ ਨੇ, ਗਰੁੱਪ ਦੇ ਆਉਂਦੇ ਨੇ, ਹੁਣ ਆਰਗੇਨਾਈਜੇਸ਼ਨ ਦੇ ਵਿੱਚ ਵੀ ਚੇਂਜ ਆਉਣਗੇ। ਅਗਰ ਆਪਾਂ ਕੋਈ ਟੈਕਨੋਲੋਜੀ ਚੇਂਜ ਕਰ ਰਹੇ ਹਾਂ ਦੈਟ ਮਤਲਬ ਇਨਡਾਇਰੈਕਟਲੀ ਮੀਨਸ ਵੀ ਆਰ ਚੇਂਜਿੰਗ ਆਰ ਆਰਗੇਨਾਈਜੇਸ਼ਨਲ ਸਟਰਕਚਰ। ਠੀਕ ਹੈ, ਇੱਕ ਹੈ ਆਪਣਾ ਸਟ੍ਰੈਟੇਜਿਕ ਚੇਂਜ ਕੀ ਹੈ? ਹੁਣ ਫੋਰ ਐਗਜ਼ਾਮਪਲ ਸਮਝੋ ਕਿ ਇੰਡੀਅਨ ਕੰਪਨੀਜ਼ ਆਪਣੇ ਆਪ ਨੂੰ ਮੋਡੀਫਾਈ ਕਰਦੀਆਂ ਨੇ ਕਿ ਅਸੀਂ ਗਲੋਬਲ ਕਲਚਰ ਨੂੰ ਅਡੋਪਟ ਕਰੀਏ ਜੋ ਮਲਟੀਨੈਸ਼ਨਲ ਕੰਪਨੀਜ਼ ਤੇ ਟ੍ਰਾਂਜੈਕਸ਼ਨਲ ਕਾਰਪੋਰੇਸ਼ਨਸ ਲੈ ਕੇ ਆਉਂਦੀਆਂ ਨੇ। ਠੀਕ ਹੈ, ਇੱਕ ਸਿੰਗਲ ਆਬਜੈਕਟ ਨੂੰ ਆਪਾਂ ਚੇਂਜ ਕਰ ਦਿੰਦੇ ਹਾਂ ਮਲਟੀਪਲ ਆਬਜੈਕਟਿਵਸ ਦੇ ਵਿੱਚ। ਠੀਕ ਹੈ, ਆਪਣੀ ਲੇਬਰ ਇੰਟੈਂਸਿਵ ਟੈਕਨੀਕ ਨੂੰ ਆਪਾਂ ਮਾਡਰਨ ਇੰਟੈਂਸਿਵ ਟੈਕਨੀਕ ਦੇ ਵਿੱਚ ਕਰਤੇ, ਆਪਣੇ ਹਾਈਲੀ ਐਜੂਕੇਟਿਡ ਇੰਪਲੋਈਜ਼ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਰੱਖੇ, ਹਾਈਲੀ ਟੈਕਨੋਲੋਜੀਕਲ ਆਪਾਂ ਇਨਵਾਇਰਮੈਂਟ ਯੂਜ਼ ਕਰ ਰਹੇ ਹਾਂ। ਠੀਕ ਹੈ, ਐਡਵਾਂਸ ਟੈਕਨੋਲੋਜੀ ਯੂਜ਼ ਕਰ ਰਹੇ ਹਾਂ ਕਿ ਜੋ ਆਪਣੀ ਮਲਟੀਨੈਸ਼ਨਲ ਕੰਪਨੀਜ਼ ਅਤੇ ਟ੍ਰਾਂਜੀਸ਼ਨਲ ਕਾਰਪੋਰੇਸ਼ਨਸ ਨੂੰ ਆਪਣੇ ਨਾਲ ਕੋਪ ਅਪ ਕਰਨਾ ਈਜ਼ੀ ਰਵੇ। ਫਿਰ ਹੈ ਸਟਰਕਚਰਲ ਚੇਂਜ ਕਿਵੇਂ ਹੁੰਦਾ? ਆਰਗੇਨਾਈਜੇਸ਼ਨ ਸਟਰਕਚਰ ਇਜ਼ ਅ ਪੈਟਰਨ ਆਫ ਰਿਲੇਸ਼ਨਸ਼ਿਪਸ ਅਮੰਗ ਵੇਰੀਅਸ ਪੋਜੀਸ਼ਨ ਐਂਡ ਅਮੰਗ ਵੇਰੀਅਸ ਪੋਜੀਸ਼ਨ ਹੋਲਡਰਸ। Structural change involves changing the internal structure of the organization। This change may be in the whole set of relationship। internal structure ਦੇ ਵਿੱਚ change ਆਉਂਦਾ ਜਾਂ ਤਾਂ ਸਾਰਾ ਰਿਲੇਸ਼ਨਸ਼ਿਪ ਚੇਂਜ ਕਰ ਦਿਓ, ਵਰਕ ਅਸਾਈਨਮੈਂਟ ਚੇਂਜ ਕਰ ਦਿਓ ਕਿ ਅੱਜ ਆਪਾਂ ਨੇ ਕਹਿ ਰੱਖਿਆ ਕਿ ਨਹੀਂ ਵੀ ਹੈਵ ਟੂ ਮੇਕ 10 ਪ੍ਰੋਡਕਟਸ, ਨਹੀਂ ਆਪਾਂ ਇਹ ਚੀਜ਼ ਚੇਂਜ ਕਰ ਦਿਓ ਕਿ ਨਾਓ ਵੀ ਹੈਵ ਟੂ ਮੇਕ 20 ਪ੍ਰੋਡਕਟਸ, 30 ਪ੍ਰੋਡਕਟਸ ਐਂਡ ਸੋ ਔਨ। ਠੀਕ ਹੈ, ਅਥੋਰਿਟੀ ਸਟਰਕਚਰ ਚੇਂਜ ਕਰਤਾ, ਜਿਵੇਂ ਪਹਿਲਾਂ ਡੈਲੀਗੇਸ਼ਨ ਸੀ, ਪਹਿਲਾਂ ਸੈਂਟਰਲਾਈਜੇਸ਼ਨ ਸੀ, ਫਿਰ ਡੈਲੀਗੇਸ਼ਨ ਕਰਤਾ ਇਹਨਾਂ ਨੇ। ਚੇਂਜ ਇਨ ਦ ਆਰਗੇਨਾਈਜੇਸ਼ਨ ਸਟਰਕਚਰ ਇਜ਼ ਰਿਕੁਆਇਰਡ ਬਿਕੋਜ਼ ਮਤਲਬ ਓਲਡ ਰਿਲੇਸ਼ਨਸ਼ਿਪਸ ਇੰਟਰੈਕਸ਼ਨਸ ਨੇ ਹਮੇਸ਼ਾ ਵੈਲਿਡ ਨਹੀਂ ਰਹਿੰਦੀਆਂ, ਉਹਨਾਂ 'ਤੇ ਵੀ ਚੇਂਜ ਉਹਨਾਂ ਦਾ ਸਰਕਮਸਟਾਂਸਿਸ ਨੂੰ ਦੇਖ ਕੇ ਚੇਂਜ ਹੁੰਦੀਆਂ ਰਹਿੰਦੀਆਂ ਨੇ। ਪ੍ਰੋਸੈਸ ਓਰੀਐਂਟਡ ਚੇਂਜ, ਦੀਸ ਚੇਂਜ ਰਿਲੇਟ ਟੂ ਦ ਰੀਸੈਂਟ ਟੈਕਨੋਲੋਜੀਕਲ ਡਿਵਲਪਮੈਂਟਸ, ਇਨਫੋਰਮੇਸ਼ਨ ਪ੍ਰੋਸੈਸਿੰਗ ਐਂਡ ਆਟੋਮੇਸ਼ਨ। ਦਿਸ ਵਿਲ ਇਨਵੋਲਵ ਰਿਪਲੇਸਿੰਗ ਔਰ ਰੀਟ੍ਰੇਨਿੰਗ ਪਰਸੋਨਲ, ਮਤਲਬ ਰੀਟ੍ਰੇਨ ਕਰਨਾ, ਰਿਪਲੇਸ ਕਰਨਾ ਪੁਰਾਣੇ ਤੋਂ ਨਵੇਂ ਨਾਲ, ਹੈਵੀ ਕੈਪੀਟਲ ਇਕੁਇਪਮੈਂਟ ਇਨਵੈਸਟਮੈਂਟ ਕਰਨੀ, ਓਪਰੇਸ਼ਨਲ ਚੇਂਜਸ ਲੈ ਕੇ ਆਉਣੇ ਵੀ ਜਿਹਦੇ ਨਾਲ ਆਪਣੇ ਪ੍ਰੋਡਕਸ਼ਨ ਰਿਲੇਟਿਡ ਹੁੰਦੀ ਹੈ।
ठीक है। ऑल दिस इफेक्ट ऑफ द ऑर्गेनाइजेशनल कल्चर एंड एज रिजल्ट द बिहेवियर पैटर्न ऑफ द इंडिविजुअल्स। इनडायरेक्टली सब चीज़ां इंडिविजुअल ਨੂੰ ਹੀ ਇਫੈਕਟ ਕਰਦੀਆਂ ਨੇ। People oriented change. People oriented changes are directed towards performance improvement, group cohesion, dedication, and loyalty to the organization, as well as developing a sense of self actualization among members. People oriented changes मतलब directly towards मतलब ਇਹ ਚੀਜ਼ ਕੀ ਹੁੰਦੀ ਹੈ ਕਿ ਆਪਾਂ ਪਰਫੋਰਮੈਂਸ ਇੰਪਰੂਵ ਕਰਦੇ ਹਾਂ ਇਹਨਾਂ ਲੋਕਾਂ ਦੀ, ਗਰੁੱਪ ਕੋਹੀਸ਼ਨ ਹੁੰਦਾ, ਇਹਨਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਲੋਇਲਟੀ ਇਹਨਾਂ ਦੀ ਆਰਗੇਨਾਈਜੇਸ਼ਨ ਦੇ ਪ੍ਰਤੀ ਵੱਧਦੀ ਹੈ, ਇਹਨਾਂ ਵਿੱਚ ਸੈਲਫ ਐਕਚੁਅਲਾਈਜੇਸ਼ਨ ਆਉਂਦਾ ਹੈ ਅਮੰਗ ਮੈਂਬਰਸ। ਦਿਸ ਕੈਨ ਬੀ ਮੇਡ ਪੋਸੀਬਲ ਬਾਈ ਕਲੋਜ਼ਰ। ਇਹ ਚੀਜ਼ਾਂ ਹਮੇਸ਼ਾ ਕਿਉਂ ਪੋਸੀਬਲ ਨੇ? ਜਦੋਂ ਆਪਾਂ ਕਲੋਜ਼ਰ ਇੰਟਰੈਕਸ਼ਨਸ ਰੱਖਦੇ ਹਾਂ ਮੈਨੇਜਮੈਂਟ ਆਪਣੇ ਇੰਪਲੋਇਜ਼ ਨਾਲ, ਅਤੇ ਸਪੈਸ਼ਲ ਬਿਹੇਵੀਅਰ ਟ੍ਰੇਨਿੰਗ ਦਿੰਦੀ ਹੈ, ਮੋਡੀਫਿਕੇਸ਼ਨ ਸੈਸ਼ਨਸ ਦਿੰਦੀ ਹੈ ਇਹਨਾਂ ਨੂੰ, ਤਾਂ ਹੀ ਇਹ ਇੰਨਾ ਇੰਪਰੂਵ ਕਰ ਪਾਉਂਦੇ ਆ। ਠੀਕ ਹੈ। ਪ੍ਰੋਸੈਸ ਐਂਡ ਪਲਾਂਟ ਚੇਂਜ, ਕਰਟ ਲੇਵਿਨ। ਇਹ ਪ੍ਰੋਸੈਸ ਆਫ ਪਲਾਂਟ ਚੇਂਜ ਦਾ ਪ੍ਰੋਸੈਸ ਕਿਹਨੇ ਦਿੱਤਾ ਹੈ? ਕਰਟ ਲੇਵਿਨ। ਪੀਪਲ ਨੋਰਮਲੀ ਰਜਿਸਟ ਚੇਂਜ। ਹਮੇਸ਼ਾ ਲੋਕ ਮਤਲਬ ਚੇਂਜ ਨੂੰ ਅਡੈਪਟ ਕਰ ਹੀ ਲੈਂਦੇ ਆ। ਇਟ ਇਜ਼ ਅ ਮੈਨੇਜਰ ਹੂ ਆਰ to implement changes in such a way that workers implement them for the betterment of the organization। ठीक है। मैनेजर ही हुंदा है। it is a manager who are to implement changes in such a way that workers implement them for the betterment of the organization। कि ਉਹਨਾਂ ਤੋਂ ਐਵੇਂ ਚੇਂਜ ਨੂੰ ਇੰਪਲੀਮੈਂਟ ਕਰਵਾਉਣਾ ਕਿ ਆਪਣੀ ਆਰਗੇਨਾਈਜੇਸ਼ਨ ਨੂੰ ਮੈਕਸਿਮਮ ਟੂ ਮੈਕਸਿਮਮ ਬੈਨੀਫਿਟ ਹੋਵੇ। Kurt Lewin identified the following phases in the process of plant change। अनफ्रीजिंग ਦੇ ਕੁਝ ਪਾਰਟਸ ਹੈ ਅੱਗੇ, ਫਿਰ ਮੂਵਿੰਗ, ਫਿਰ ਰਿਫਰੀਜ਼ਿੰਗ। ਅਨਫਰੀਜ਼ਿੰਗ ਦੇ ਵਿੱਚ ਕੀ ਆਉਂਦਾ ਹੈ? ਪ੍ਰੋਵਾਈਡ ਰੈਸ਼ਨਲ ਫॉर ਚੇਂਜ, ਬਿਲਡ ਟਰਸਟ ਬਾਈ ਕਮਿਊਨੀਕੇਸ਼ਨ, ਕ੍ਰੀਏਟ ਸੈਂਸ ਆਫ ਸਾਈਕੋਲੋਜੀਕਲ ਸੇਫਟੀ। ਠੀਕ ਹੈ। ਮੋਟੀਵੇਸ਼ਨ ਵਗੈਰਾ ਹੋ ਗਿਆ, ਪਾਰਟੀਸਿਪੇਸ਼ਨ ਇਨ ਡਿਸੀਜ਼ਨ ਮੇਕਿੰਗ। ਠੀਕ ਹੈ। ਮੂਵਿੰਗ ਦੇ ਪਹਿਲਾਂ ਆਪਾਂ ਅਨਫਰੀਜ਼ਿੰਗ ਪੜ੍ਹਦੇ ਹਾਂ। ਅਨਫਰੀਜ਼ਿੰਗ ਕੀ ਹੁੰਦਾ ਹੈ? The first thing in the process of change is to break the complacency and self-righteousness of the employees। ਠੀਕ ਹੈ। ਇਹਨਾਂ ਨੂੰ ਹੁੰਦਾ ਕਿ ਜਿਹੜੇ ਫਸਟ ਥਿੰਗ ਇਹਨਾਂ ਦਾ ਪ੍ਰੋਸੈਸ ਆਫ ਚੇਂਜ ਦਾ ਕੀ ਹੁੰਦਾ ਕਿ ਇੰਪਲੋਈਜ਼ ਨੂੰ ਹਮੇਸ਼ਾ ਇਹ ਲੱਗਦਾ ਕਿ ਉਹੀ ਸਹੀ ਹੈ, ਉਹਨਾਂ ਦਾ ਹੀ ਕੰਮ ਕਰਨ ਦਾ ਤਰੀਕਾ ਬਿਲਕੁਲ ਸਹੀ ਹੈ। ਇਸ ਚੀਜ਼ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਕਰਨਾ ਹੁੰਦਾ? ਬ੍ਰੇਕ ਕਰਨਾ ਹੁੰਦਾ। ਦ ਮੈਨੇਜਰ ਹੈਜ਼ ਟੂ ਐਕਸਪਲੇਨ ਟੂ ਦ ਸਬਆਰਡੀਨੇਟਸ ਦ ਨੈਸੈਸਿਟੀ ਆਫ ਚੇਂਜਿੰਗ ਓਲਡ ਮੈਥਡਸ ਆਫ ਵਰਕ। ਹੈ ਨਾ। ਆਪਾਂ ਕਦੇ ਵੀ ਆਪਾਂ ਸੀਨੀਅਰ ਇੰਪਲੋਈਜ਼ ਨੂੰ ਸਮਝਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਕਿ ਤੁਹਾਨੂੰ ਚੇਂਜ ਕਰਨਾ ਕਿੰਨਾ। ਉਹਨਾਂ ਨੂੰ ਇਹ ਹਮੇਸ਼ਾ ਇਹ ਲੱਗੂਗਾ ਕਿ ਸਾਡਾ ਕੰਮ ਜੋ ਅਸੀਂ ਕਰ ਰਹੇ ਹਾਂ ਉਹ ਬਿਲਕੁਲ ਸਹੀ ਹੈ। ਦੈਟ ਇਜ਼ ਕੰਪਲੀਸੈਂਸੀ ਐਂਡ ਸੈਲਫ ਰਾਈਟਸਨੈਸ। ਠੀਕ ਹੈ। ਇਸ ਚੀਜ਼ ਨੂੰ ਬੋਲਦੇ ਹਾਂ ਆਪਾਂ ਪ੍ਰਾਈਡ, ਆਪਣੇ ਆਪਣੀ ਖੁਦ ਦੀ ਜ਼ਿਆਦਾ ਪ੍ਰਸ਼ੰਸਾ ਕਰਨਾ। ਇਹ ਚੀਜ਼ਾਂ ਹੋ ਗਈਆਂ। ਇਹ ਪਹਿਲਾਂ ਚੀਜ਼ਾਂ ਉਹਨਾਂ ਨੂੰ ਕੀ ਸਮਝਾਉਣਾ ਪਏਗਾ ਮੈਨੇਜਰ ਨੂੰ, ਸਬਆਰਡੀਨੇਟਸ ਨੂੰ, ਕਿ ਆਪਾਂ ਨੂੰ ਜ਼ਰੂਰੀ ਹੈ ਕਿ ਆਪਾਂ ਓਲਡ ਮੈਥਡਸ ਆਫ ਵਰਕ ਨੂੰ ਆਪਣੇ ਹੁਣ ਚੇਂਜ ਕਰੀਏ। ਹੀ ਸ਼ੁੱਡ ਇਨਫੋਰਮ ਦੈਮ ਅਬਾਊਟ ਦ ਪ੍ਰੋਬਲਮ ਆਫ ਪ੍ਰੈਜ਼ੈਂਟ ਸਟੇਟ ਆਫ ਅਫੇਅਰਸ, ਨੀਡ ਫॉर ਅ ਚੇਂਜ, ਦ ਫੇਸ ਆਫ ਪ੍ਰਪੋਜ਼ਡ ਚੇਂਜ ਐਂਡ ਇੰਪਲੀਮੈਂਟੇਸ਼ਨ ਆਫ ਸਚ ਚੇਂਜ। ਉਹਨੂੰ ਸਮਝਾਉਣਾ ਪੈਂਦਾ ਹੈ, ਸਮਝਾਉਣਾ ਪਏਗਾ ਕਿ ਆਪਣੀ ਪ੍ਰੈਜ਼ੈਂਟ ਸਟੇਟ ਆਫ ਅਫੇਅਰਸ 'ਚ ਕੀ ਪ੍ਰੋਬਲਮਸ ਆ ਰਹੀਆਂ ਨੇ, ਆਪਣੇ ਕੰਮ 'ਚ ਕੀ ਪ੍ਰੋਬਲਮ ਆ ਰਹੀਆਂ ਨੇ, ਆਪਾਂ ਨੂੰ ਨੀਡ ਕਿਉਂ ਹੈ ਚੇਂਜ ਕਰਨ ਦੀ, ਕਿਵੇਂ ਆਪਾਂ ਚੇਂਜ ਕਰ ਸਕਦੇ ਹਾਂ। ਦ ਮੈਨੇਜਰ ਸ਼ੁੱਡ ਕਲੀਅਰ ਦ ਡਾਊਟਸ ਆਫ ਵਰਕਰਸ ਅਬਾਊਟ ਲਾਈਕਲੀ ਚੇਂਜਿਸ। ਹੁਣ ਕਈ ਮਤਲਬ ਡਾਊਟਸ ਵੀ ਕ੍ਰੀਏਟ ਕਰਨਗੇ। ਓਬਵੀਅਸਲੀ ਆਪਾਂ ਡੀਸੈਂਟਰਲਾਈਜੇਸ਼ਨ ਅਗਰ ਆਰਗੇਨਾਈਜੇਸ਼ਨ ਹੈ ਤਾਂ ਸਬਆਰਡੀਨੇਟਸ ਨੂੰ ਪ੍ਰੋਪਰ ਹੱਕ ਹੋਏਗਾ ਕਿ ਉਹ ਆਪਣੇ ਡਾਊਟਸ ਨੂੰ ਪ੍ਰੋਪਰ ਤਰੀਕੇ ਨਾਲ ਅੰਡਰਸਟੈਂਡ ਕਰਨਗੇ ਅਤੇ ਕੁਐਸ਼ਨਿੰਗ ਵੀ ਕਰਨਗੇ। ठीक है। दिस विल हेल्प द मैनेजर इन क्रिएटिंग एन एटमोसफेयर ऑफ अंडरस्टैंडिंग अमंग वर्कर्स। ये वाला एटमोसफेयर ही मैनेजर ਨੂੰ मतलब उस मतलब मैनेजर ਲਈ ਹੈਲਪ ਕਰੇਗਾ ਕਿ ਉਹ ਆਪਣੇ ਵਰਕਰਸ ਨੂੰ ਅੱਛੇ ਤਰੀਕੇ ਨਾਲ ਸਮਝ ਸਕੇ। ਅਨਫਰੀਜ਼ਿੰਗ ਰਿਕੁਆਇਰਸ ਟੂ ਲੂਜ਼ਨਿੰਗ ਆਫ ਇਮੋਸ਼ਨਲ ਲਿੰਕ ਵਿਦ ਦ ਓਲਡ ਮੈਥਡਸ ਆਫ ਵਰਕ ਐਂਡ ਪ੍ਰੈਕਟਿਸਿਸ। ਅਨਫਰੀਜ਼ਿੰਗ ਮਤਲਬ ਕਿਸੇ ਚੀਜ਼ ਨੂੰ ਜੰਮੀ ਹੋਈ ਹੈ ਉਹ ਚੀਜ਼, ਜਿਵੇਂ ਆਈਸ ਹੈ, ਆਈਸ ਨੂੰ ਆਪਾਂ ਬਾਹਰ ਕੱਢ ਰਹੇ ਹਾਂ ਨਾ, ਉਸ ਨੂੰ ਮਤਲਬ ਉਹ ਪਾਣੀ ਬਣ ਗਿਆ, ਉਸ ਨੂੰ ਚੇਂਜ ਕਰਨਾ ਆਪਾਂ ਐਟਮੋਸਫੇਅਰ ਆਈਸ ਲਈ ਪ੍ਰੋਪਰ ਤਰੀਕੇ ਨਾਲ ਚੇਂਜ ਕਰਤਾ ਕਿ ਆਪਣੇ ਜੋ ਓਲਡ ਮੈਥਡਸ ਆਫ ਵਰਕ ਨੇ, ਪ੍ਰੈਕਟਿਸਿਸ ਨੇ, ਉਹਨਾਂ ਨਾਲ ਲੋਕਾਂ ਦੇ ਬਹੁਤ ਇਮੋਸ਼ਨਲ ਲਿੰਕ ਜੁੜੇ ਹੁੰਦੇ ਨੇ। ਠੀਕ ਹੈ। ਉਹਨਾਂ ਨੂੰ ਹੁਣ ਦੂਰ ਕਰਨਾ। ਇਟ ਵਿਲ ਹੈਲਪ ਇਨ ਅਨਲਰਨਿੰਗ ਆਫ ਓਲਡ ਥਿੰਗਸ ਟੂ ਲਰਨ new ones. The workers will have to be convinced to forget their old work habits, methods, routine, etc. for learning new type of behavior। ਉਹਨਾਂ ਨੂੰ ਸਭ ਐਵੇਂ ਹੁੰਦਾ ਕਿ ਇਹ ਸਭ ਚੀਜ਼ਾਂ ਭੁੱਲ ਜਾਣ, ਆਪਣਾ ਓਲਡ ਵਰਕ, ਆਪਣੀਆਂ ਓਲਡ ਹੈਬਿਟਸ, ਆਪਣੇ ਮੈਥਡਸ, ਰੂਟੀਨਸ ਐਕਸੈਕਟਰਾ, ਕਿ ਹਮੇਸ਼ਾ ਨਈ ਚੀਜ਼ਾਂ ਸਿੱਖਣ।
The forces which discourage change should be weakened and the forces encouraging change should be encouraged. ठीक है, there can be incentives for accepting change. अगर वो change करनगे तो उन्होंने incentives भी properly तरीके नाल मिलनगे. Moving to new level. Once the subordinates become receptive, the manager should introduce the change systematically. अगर subordinates मतलब ਉਹਦੇ ਚੇਂਜ ਲਈ ਮਤਲਬ ਐਗਰੀ ਹੋ ਗਏ ਤਾਂ ਉਹਨਾਂ ਨੂੰ ਇੰਟਰੋਡਿਊਸ ਦੇ ਚੇਂਜਸ ਸਿਸਟਮੈਟਿਕਲੀ ਉਹਨਾਂ ਨੂੰ ਹੁਣ ਚੇਂਜ ਲੈ ਕੇ ਆਉਣਾ ਉਹਨਾਂ ਨੂੰ ਇੰਟਰੋਡਿਊਸ ਕਰਨਗੇ ਉਹ ਚੇਂਜਸ ਤੋਂ ਸਿਸਟਮ ਨਾਲ ਕੰਮ ਹੋਏਗਾ ਹੀ ਸ਼ੁੱਡ ਟਰਾਈ ਟੂ ਗੈਟ ਦ ਕੋਆਪਰੇਸ਼ਨ ਆਫ ਦੋਜ਼ ਫॉर whom the change are made. The new method and system should be taught to subordinates. ਸਾਰਾ new method system ਸਾਰਾ ਕੁਝ subordinates ਨੂੰ ਸਮਝਾਇਆ ਜਾਏਗਾ ਤਾਂ ਕਿ ਇਹ ਪ੍ਰੋਪਰਲੀ ਤਰੀਕੇ ਨਾਲ ਇੰਪਲੀਮੈਂਟ ਹੋ ਜਾਣ. The subordinates try to learn new changes from superiors who act as a role models. ਆਪਾਂ ਰੋਲ ਮਾਡਲਸ ਅਗਰ ਕਿਸੇ ਨੂੰ ਕੰਸੀਡਰ ਕਰਦੇ ਤਾਂ ਸਬਆਰਡੀਨੇਟਸ ਲਈ ਉਹਨਾਂ ਦੇ ਸੁਪੀਰੀਅਰ ਰੋਲ ਮਾਡਲਸ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਉਹ ਚੇਂਜ ਲਈ ਸਮਝਾਣਗੇ ਕਿ ਕਿੱਦਾਂ ਤੁਸੀਂ ਚੇਂਜ ਲੈ ਕੇ ਆਣਾ ਹੈ. ਸਮ ਅਨਫੋਰਸੀਨ ਪ੍ਰੋਬਲਮਸ ਮੇ crop during the implementation of changes. These are to be handled properly and with the cooperation of subordinates. ਕਈ ਪ੍ਰੋਬਲਮਸ ਆਉਣਗੀਆਂ ਜਦੋਂ ਆਪਾਂ ਇਹਨਾਂ ਨੂੰ ਚੇਂਜਿਸ ਨੂੰ ਇੰਪਲੀਮੈਂਟ ਕਰਾਂਗੇ ਬਟ ਇਹਨਾਂ ਨੂੰ ਅੱਛੇ ਤਰੀਕੇ ਨਾਲ ਹੈਂਡਲ ਕਰੋ ਅਤੇ ਜਦ ਇਹਨਾਂ ਕੋਆਪਰੇਸ਼ਨ ਆਫ ਸਬਆਰਡੀਨੇਟਸ ਅੱਛੇ ਤਰੀਕੇ ਨਾਲ ਕੋਆਪਰੇਸ਼ਨ ਹੋਏਗੀ ਇਹਨਾਂ ਸਬਆਰਡੀਨੇਟਸ ਦੇ ਵਿੱਚ ਤਾਂ ਇਹ ਬਹੁਤ ਅੱਛੇ ਤਰੀਕੇ ਨਾਲ ਚੇਂਜਿਸ ਕੀ ਨੇ ਆਪਣੇ ਇੰਪਲੀਮੈਂਟ ਹੋ ਜਾਣਗੇ. ਰੀਫਰੀਜ਼ਿੰਗ ਐਟ ਨਿਊ ਮਾਡਲ. I'm so sorry. This is a phase of stabilization, assimilation, and institutionalization of the changes which have been successfully implemented. The changes adopted should be a permanent part of the systems. ਇੱਕ ਫੇਜ਼ ਹੁੰਦਾ ਕਿ ਆਪਾਂ ਆਪਣੇ ਜਿਹੜੇ ਚੇਂਜਸ ਨੂੰ ਸਟੇਬਲਾਈਜ਼ ਕਰ ਲਿਆ, ਪਰਮਾਨੈਂਟ ਕਰ ਲਿਆ, ਅਸੈਮੀਲੇਸ਼ਨ ਕਰ ਲਿਆ, ਆਪਣੇ ਨਿਊ ਆਈਡੀਆਜ਼ ਆਪਣੀ ਕੰਪਨੀ ਦੇ ਵਿੱਚ ਲੈ ਆਏ, ਇੰਸਟੀਟਿਊਸ਼ਨਲਾਈਜੇਸ਼ਨ ਆਫ ਦ ਚੇਂਜਸ ਕਰ ਲਿਆ ਕਿ ਆਪਣੀ ਇੰਸਟੀਟਿਊਸ਼ਨ ਦੇ ਵਿੱਚ ਵੀ ਆਰਗੇਨਾਈਜੇਸ਼ਨ ਦੇ ਵਿੱਚ ਵੀ ਆਪਾਂ ਚੇਂਜਸ ਨੂੰ ਪ੍ਰੋਪਰਲੀ ਤਰੀਕੇ ਨਾਲ ਇੰਪਲੀਮੈਂਟ ਕਰ ਰਹੇ ਹਾਂ. ਦ ਚੇਂਜਸ ਅਡੋਪਟਡ ਸ਼ੁੱਡ ਬੀ ਅ ਪਰਮਾਨੈਂਟ ਪਾਰਟ ਆਫ ਦ ਸਿਸਟਮ. ਹੁਣ ਇਹ ਜਿਹੜੇ ਚੇਂਜਸ ਆਪਾਂ ਨੇ ਅਡੋਪਟ ਕਰ ਲਏ ਇਹ ਕੀ ਬਣ ਕੇ ਹੁਣ ਆਪਣੇ ਪਰਮਾਨੈਂਟ ਪਾਰਟ ਆਫ ਦ ਸਿਸਟਮ ਬਣ ਗਏ. The changes become stabilized if enough reinforcements are provided for desired behaviors. ठीक है, ਅਗਰ ਇਹਨਾਂ ਨੂੰ ਆਪਾਂ ਪ੍ਰੋਪਰਲੀ ਤਰੀਕੇ ਨਾਲ ਰੀਇਨਫੋਰਸ ਕਰਾਂਗੇ, ਆਪਣਾ ਬਿਹੇਵੀਅਰ ਨੂੰ ਪ੍ਰੋਪਰਲੀ ਤਰੀਕੇ ਨਾਲ ਫੁਲਫਿਲ ਕਰਾਂਗੇ ਤਾਂ ਇਹ ਜਿਹੜੇ ਚੇਂਜਸ ਨੇ ਸਟੇਬਲਾਈਜ਼ਡ ਹੋ ਜਾਣਗੇ, ਮਤਲਬ ਪਰਮਾਨੈਂਟ ਹੋ ਜਾਣਗੇ. The subordinates should realize that the changes adopted are worthwhile and beneficial to the organization. ਫਿਰ subordinates ਵੀ ਸਮਝ ਜਾਣਗੇ ਕਿ ਇਹ ਆਰਗੇਨਾਈਜੇਸ਼ਨ ਦੇ ਹੀ ਭਲੇ ਲਈ ਆਪਾਂ ਨੇ ਚੇਂਜਸ ਕੀਤੇ ਸੀ. ਮੈਨੇਜਮੈਂਟ ਆਫ ਅ ਪਲਾਨ ਚੇਂਜ. ਠੀਕ ਹੈ, ਪਹਿਲਾਂ ਇਹ ਮੈਨੇਜਮੈਂਟ ਕਿਵੇਂ ਪਲਾਨ ਕਰਦੀ ਹੈ ਕਿ ਸਾਨੂੰ ਚੇਂਜ ਲੈ ਕੇ ਆਉਣਾ ਹੈ. ਪਹਿਲਾਂ ਆਈਡੈਂਟੀਫਾਈ ਕਰਨਗੇ ਕਿ ਸਾਡੀ ਆਰਗੇਨਾਈਜੇਸ਼ਨ ਨੂੰ ਨੀਡ ਹੈ ਕਿ ਅਸੀਂ ਚੇਂਜ ਕਰਨਾ ਹੈ. ਫਿਰ ਕਰਨਗੇ ਡਿਟਰਮਾਈਨਿੰਗ ਐਲੀਮੈਂਟਸ ਟੂ ਬੀ ਚੇਂਜਡ. ਕਿਹੜੇ ਮਤਲਬ ਐਲੀਮੈਂਟਸ ਨੇ ਜਿਨ੍ਹਾਂ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ. ਪਲੈਨਿੰਗ ਫॉर ਚੇਂਜ, ਕਿਵੇਂ ਚੇਂਜ ਕਰਨਾ ਹੈ. ਸਟੱਡੀ ਆਫ ਐਗਜ਼ਿਸਟਿੰਗ ਸਿਚੁਏਸ਼ਨ, ਕਿਵੇਂ ਦੀ ਤੁਹਾਡੀ ਸਿਚੁਏਸ਼ਨ ਆਰਗੇਨਾਈਜੇਸ਼ਨ ਦੇ ਵਿੱਚ ਐਟ ਪ੍ਰੈਜ਼ੈਂਟ ਹੈ. ਫਿਰ ਓਵਰਕਮ ਕਿਵੇਂ ਕਰਨਾ ਰੈਜ਼ਿਸਟੇਸ਼ਨ ਟੂ ਚੇਂਜ. ਹੁਣ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਉਸ ਤੋਂ ਬਾਹਰ ਕਿਵੇਂ ਆਉਣਾ, ਇਹ ਉਹ ਸਟੈਪ ਹੋ ਗਿਆ. ਫਿਰ ਇੰਪਲੀਮੈਂਟ ਕਰਨਾ ਚੇਂਜ ਨੂੰ, ਫਿਰ ਫੀਡਬੈਕ ਅਤੇ ਰਿਵਿਊ ਲੈਣਾ, ਫਿਰ ਆਪਣੇ ਆਰਗੇਨਾਈਜ਼, ਕਿਉਂਕਿ ਚੇਂਜ ਹੁੰਦਾ ਹੀ ਰਹਿੰਦਾ ਹੈ, ਕੰਟੀਨਿਊ ਪ੍ਰੋਸੈਸ ਹੈ. A planned change is a change planned by the organization. It does not happen by itself. Planned change organization ही change planned ਤਰੀਕੇ ਨਾਲ ਲੈ ਕੇ ਆਉਂਦੀ ਹੈ. ਇਹ ਖੁਦ ਨਹੀਂ ਚੇਂਜ ਆਉਂਦਾ ਜ਼ਰੂਰ ਹੈ. ਚੇਂਜ ਅਗਰ ਆਪਣੇ ਐਕਸਟਰਨਲ ਫੈਕਟਰਸ ਤੋਂ ਆਇਆ ਹੋਵੇ, ਇੰਟਰਨਲ ਫੈਕਟਰਸ ਤੋਂ ਆਇਆ ਹੋਵੇ, ਇਹ ਸੈਲਫ ਇਨਬਿਲਟ ਹੈ. ਬਟ ਕੀ ਹੁੰਦਾ ਅਗਰ ਇਹਨੂੰ ਓਵਰਕਮ ਕਰਨਾ ਹੈ, ਇਸ ਨੂੰ ਅੱਛੇ ਤਰੀਕੇ ਨਾਲ ਆਪਣੇ ਆਪ ਨੂੰ ਆਰਗੇਨਾਈਜੇਸ਼ਨ ਦੇ ਐਜ਼ ਅ ਬੈਨੀਫਿਟ ਤਰੀਕੇ ਨਾਲ ਲੈਣਾ ਹੈ, ਆਪਾਂ ਨੂੰ ਇੱਕ ਪ੍ਰੋਪਰ ਪਲੈਨਿੰਗ ਕਰਨੀ ਪੈਂਦੀ ਹੈ. ਇਟ ਇਜ਼ ਇਫੈਕਟਡ ਬਾਈ ਦ ਆਰਗੇਨਾਈਜੇਸ਼ਨ ਵਿਦ ਦ ਪਰਪਜ਼ ਆਫ ਅਚੀਵਿੰਗ ਸਮਥਿੰਗ ਦੈਟ ਮਾਈਟ ਅਦਰਵਾਈਜ਼ ਬੀ ਅਨਅਟੇਨੇਬਲ ਔਰ ਅਟੇਨੇਬਲ ਵਿਦ ਅ ਗ੍ਰੇਟ ਡਿਫਿਕਲਟੀ. ਠੀਕ ਹੈ, ਇੱਕ ਆਰਗੇਨਾਈਜੇਸ਼ਨ ਇੱਕ ਇਹੋ ਜਿਹੇ ਪਰਪਜ਼ ਨਾਲ ਇਸ ਨੂੰ ਬਣਾਉਂਦਾ ਹੈ ਕਿ a purpose of achieving something that might otherwise, ਅਗਰ ਆਪਾਂ ਨੇ ਕੁਝ ਅਚੀਵ ਕਰਨਾ ਹੈ ਜਾਂ ਤਾਂ ਉਹ ਅਨਅਟੇਨੇਬਲ ਬਣ ਸਕਦੀ ਹੈ, ਅਟੇਨੇਬਲ ਹੋ ਸਕਦੀ ਹੈ ਵਿਦ ਗ੍ਰੇਟਰ ਡਿਫਿਕਲਟੀ. ਦੋਨੋਂ ਆਸਪੈਕਟਸ ਹੋ ਸਕਦੇ ਇਹਦੇ ਵਿੱਚ. ਥਰੂ ਪਲਾਨ ਚੇਂਜ ਐਨ ਆਰਗੇਨਾਈਜੇਸ਼ਨ ਕੈਨ ਅਚੀਵ ਇਟਸ ਗੋਲਸ ਰੈਪਿਡਲੀ. ਅਗਰ ਆਪਾਂ ਚੇਂਜ ਨੂੰ ਪ੍ਰੋਪਰਲੀ ਤਰੀਕੇ ਨਾਲ ਪਲਾਨ ਕਰਾਂਗੇ ਤਾਂ ਆਪਾਂ ਆਰਗੇਨਾਈਜੇਸ਼ਨ ਦੇ ਗੋਲਸ ਨੂੰ ਬਹੁਤ ਅੱਛੇ ਤਰੀਕੇ ਨਾਲ ਅਚੀਵ ਕਰ ਸਕਾਂਗੇ. ਕਿਉਂ? ਆਪਾਂ ਬੇਸਿਕ ਰੀਜ਼ਨਸ ਕੀ ਨੇ ਪਲਾਨ ਚੇਂਜਿਸ ਦੇ? ਟੂ ਇੰਪਰੂਵ ਦ ਮੀਨਸ ਆਫ ਫॉर ਸੈਟਿਸਫਾਈਂਗ ਇਕਨੋਮਿਕ ਨੀਡਸ ਆਫ ਮੈਂਬਰਸ. ਆਪਣੀ ਇਕਨੋਮਿਕ ਨੀਡਸ ਮੈਂਬਰਸ ਦੀਆਂ ਸੈਟਿਸਫਾਈ ਕਰਨੀਆਂ.
प्रॉफिट इंक्रीज करना, ठीक है, टू प्रमोट ह्यूमन वर्क फॉर ह्यूमन बींग्स, टू कंट्रीब्यूट टू इंडिविजुअल सैटिस्फैक्शन एंड सोशल वैलबींग्स। आई एम सो सॉरी, ਮੈਨੂੰ ਥੋੜਾ ਤੁਹਾਨੂੰ ਵੀਡੀਓ ਸੁਣਦੇ ਹੋਏ ਥੋੜੀ ਪ੍ਰੋਬਲਮ ਹੋਏਗੀ ਕਿ ਮੈਨੂੰ ਕੋਲਡ ਕਫ ਬਹੁਤ ਜ਼ਿਆਦਾ ਹੋਇਆ ਹੋਇਆ ਹੈ। In introducing planned change, the basic problem before management is to handle it in such a way that there would be necessary adjustment in various forces. ਉਹਨਾਂ ਨੂੰ adjustment ਕਰਨੀ ਪੈਂਦੀ ਹੈ। For this purpose, the manager who has to act as a change agent has to go through a particular process. Identification of a need for a change. There should be a proper analysis of internal and external forces which demand a change. ਪ੍ਰੋਪਰ ਐਨਾਲਾਈਜ਼ ਕਰੋ ਜੋ ਇੰਟਰਨਲ ਅਤੇ ਐਕਸਟਰਨਲ ਫੋਰਸਿਸ ਨੇ ਜੋ ਮਤਲਬ ਡਿਮਾਂਡ ਕਰ ਰਹੀਆਂ ਨੇ ਕਿ ਸਾਨੂੰ ਹੁਣ ਚੇਂਜ ਕਰੋ। ਦ ਨੀਡ ਫॉर ਚੇਂਜ ਕਮਸ ਫਰੋਮ ਐਕਸਟਰਨਲ ਇਨਵਾਇਰਮੈਂਟ ਫੈਕਟਰਸ ਐਂਡ ਇੰਟਰਨਲ ਕੰਟਰੋਲ ਸਿਸਟਮ, ਦੋਨਾਂ ਤੋਂ ਆ ਸਕਦੀ ਹੈ। ਜਦੋਂ ਆਪਾਂ ਐਨਾਲਾਈਜ਼ ਕਰ ਲਿਆ ਦ ਓਬਜੈਕਟਿਵ ਆਫ ਚੇਂਜ ਆਰ ਆਈਡੈਂਟੀਫਾਈਡ, ਫਿਰ ਆਪਾਂ ਓਬਜੈਕਟਿਵਸ ਆਫ ਚੇਂਜ ਨੂੰ ਆਈਡੈਂਟੀਫਾਈ ਕਰਾਂਗੇ। ਇਟ ਵਿਲ ਹੈਲਪ ਇਨ ਡਿਟਰਮਾਈਨਿੰਗ ਦ ਟਾਈਮ, ਪਲੇਸ ਐਂਡ ਕੁਆਂਟਮ ਆਫ ਚੇਂਜ। ਇਹ ਸਭ ਚੀਜ਼ਾਂ ਆਪਾਂ ਨੂੰ ਹੈਲਪ ਕਰਨਗੀਆਂ ਕਿੰਨੇ ਟਾਈਮ 'ਚ, ਕਿਸ ਪਲੇਸ 'ਤੇ, ਕਦੋਂ ਅਤੇ ਕਿੰਨੀ ਕੁਆਂਟਿਟੀ ਦੇ ਵਿੱਚ ਆਪਾਂ ਚੇਂਜ ਕਰਨਾ ਹੈ। A clear cut statement of objectives will facilitate in planning strategies of change. Determining the elements to be changed. After specifying the objectives, determining the elements to be changed. After specifying the objectives, ਜਦੋਂ ਆਪਾਂ ਨੇ objective specify ਕਰ ਲਏ ਕਿ ਆਪਾਂ ਨੇ ਕਿਵੇਂ ਚੇਂਜ ਕਰਨਾ ਹੈ, ਕਿੱਥੇ ਚੇਂਜ ਕਰਨਾ ਹੈ, it is necessary to determining the elements which require to be changed. ਫਿਰ ਆਪਾਂ ਦੇਖਣਾ ਕਿ ਕਿਹੜੇ ਕਿਹੜੇ ਐਲੀਮੈਂਟਸ ਤੇ ਆਪਣਾ ਚੇਂਜ ਕਰਨ ਵਾਲਾ ਹੈ। The change may be required in structure, ਆਰਗੇਨਾਈਜੇਸ਼ਨ ਦਾ ਸਟਰਕਚਰ ਹੀ ਚੇਂਜ ਕਰਨਾ ਹੈ, ਸੈਂਟਰਲਾਈਜੇਸ਼ਨ ਤੋਂ ਡੀਸੈਂਟਰਲਾਈਜੇਸ਼ਨ, ਟੈਕਨੋਲੋਜੀ, ਲੇਬਰ ਟੂ ਮੋਡਰਨ ਪੀਪਲ, ਬਿਹੇਵੀਅਰ ਚੇਂਜ ਕਰਨੇ ਹੈ ਬਾਈ ਮਤਲਬ ਰਿਪਲੇਸ ਕਰਨਾ ਹੈ ਜਾਂ ਪਰਸੋਨਲ ਦੀ ਟ੍ਰੇਨਿੰਗ ਦੇਣੀ ਹੈ ਕੁਛ ਕਿਵੇਂ ਹੈ ਨਾ। ਦ ਚੇਂਜਿਸ ਇਨ ਮੈਂਬਰ ਮੇ ਬੀ ਫੈਸਿਲਿਟੇਟਿਡ ਥਰੂ ਚੇਂਜਿਸ ਇਨ ਐਟੀਟਿਊਡਸ, ਬਿਹੇਵੀਅਰ, ਇਨਫੋਰਮਲ ਗਰੁੱਪਿੰਗ ਐਕਸੈਟਰਾ। ਦ ਟੈਕਨੋਲੋਜੀਕਲ ਚੇਂਜਿਸ may require change in method of production, plant and machinery, etc. Once the elements require change are determined, it becomes easy to plan changes. ਜਦੋਂ ਆਪਾਂ ਨੂੰ ਪਤਾ ਚੱਲ ਗਿਆ ਆਪਾਂ ਨੇ ਕਿਸ ਐਲੀਮੈਂਟ ਨੂੰ ਚੇਂਜ ਕਰਨਾ ਹੈ ਤਾਂ ਉਹ ਈਜ਼ੀ ਬਣ ਜਾਂਦਾ ਆਪਣਾ ਪਲਾਨ ਚੇਂਜ ਕਰਨ ਲਈ। Planning for change. The first step in the process of change is to identify the need for a change and the area of change as to whether it is strategic change, process oriented change or employee oriented change। कि मतलब ਆਪਾਂ ਨੇ ਹੁਣ ਕੀ ਕਰਨਾ ਹੈ, ਪਲਾਨ ਕਰਨਾ ਹੈ, ਠੀਕ ਹੈ, ਕਿ ਕਿੰਨੀ ਕਿ ਆਪਾਂ ਨੂੰ ਨੀਡ ਹੈ ਚੇਂਜ ਕਰਨ ਦੀ, ਕਿਸ ਏਰੀਆ 'ਤੇ ਆਪਾਂ ਚੇਂਜ ਕਰਨਾ ਹੈ, ਸਟ੍ਰੈਟੇਜਿਕ ਚੇਂਜ ਕਰਨਾ ਹੈ, ਪ੍ਰੋਸੈਸ ਓਰੀਐਂਟਿਡ ਚੇਂਜ ਕਰਨਾ ਹੈ, ਇੰਪਲੋਈ ਓਰੀਐਂਟਿਡ ਚੇਂਜ ਕਰਨਾ ਹੈ। ਦਿਸ ਨੀਡ ਫॉर ਅ ਪ੍ਰੋਸੈਸ ਓਰੀਐਂਟਿਡ ਸਟ੍ਰੈਟੇਜਿਕ ਚੇਂਜਿਸ ਹੈ। ਸਾਨੂੰ ਪਤਾ ਹੈ ਸਟ੍ਰੈਟੇਜਿਕ ਚੇਂਜ ਆਰਗੇਨਾਈਜੇਸ਼ਨ, ਪ੍ਰੋਸੈਸ ਚੇਂਜ ਹੋ ਗਿਆ ਆਪਣੀ ਪ੍ਰੋਡਕਸ਼ਨ ਦੇ ਰਿਲੇਟਿਡ, ਇੰਪਲੋਈ ਓਰੀਐਂਟਿਡ ਹੋ ਗਿਆ ਮਤਲਬ ਆਪਣੇ ਪਰਸੋਨਲ ਦੇ ਰਿਲੇਟਿਡ। ਦਿਸ ਨੀਡ ਫॉर ਅ ਚੇਂਜ ਕੈਨ ਬੀ ਆਈਡੈਂਟੀਫਾਈਡ ਆਈਦਰ ਥਰੂ ਇੰਟਰਨਲ ਫੈਕਟਰਸ ਔਰ ਥਰੂ ਐਕਸਟਰਨਲ ਫੈਕਟਰਸ। Once this need is identified, the following general steps can be taken. ਜਦੋਂ ਆਪਣੀ ਇਹ ਵਾਲੀ ਨੀਡ ਆਈਡੈਂਟੀਫਾਈ ਹੋਗੀ ਤਾਂ ਕੁਝ ਸਟੈਪਸ ਨੇ ਜੋ ਆਪਾਂ ਨੂੰ ਦੇਖਣੇ ਪੈਂਦੇ ਆ। ਫਸਟ ਕੇ ਡਿਵੈਲਪ ਨਿਊ ਗੋਲਸ ਐਂਡ ਆਬਜੈਕਟਿਵਸ। ਦ ਮੈਨੇਜਰ ਮਸਟ ਆਈਡੈਂਟੀਫਾਈ ਐਸ ਟੂ ਵਾਟ ਨਿਊ ਆਊਟਕਮਸ ਦੇ ਵਿਸ਼ ਟੂ ਅਚੀਵ। ਹੁਣ ਮੈਨੇਜਰ ਨੂੰ ਇਹ ਆਈਡੈਂਟੀਫਾਈ ਕਰਨਾ ਪਏਗਾ ਉਹ ਕਿਸ ਤਰ੍ਹਾਂ ਦੇ ਆਊਟਕਮਸ ਚਾਹੁੰਦਾ ਹੈ। ਦਿਸ ਮੇ ਬੀ ਆਪਾਂ ਵੀ ਹੁਣ ਅਗਰ ਆਪਾਂ ਚੇਂਜ ਕਰਦੇ ਹਾਂ ਕਿਸੇ ਪਰਟੀਕੂਲਰ ਆਪਣੇ ਬਿਹੇਵੀਅਰ ਤੋਂ ਕਿ ਨਹੀਂ ਮੈਂ ਹੁਣ ਕੱਲ੍ਹ ਤੋਂ ਇਹ ਚੀਜ਼ ਕਰਨੀ ਬੰਦ ਕਰ ਦੇਣੀ, ਅਗਰ ਮੈਂ ਕੱਲ੍ਹ ਤੋਂ ਇਹ ਚੀਜ਼ ਕਰਨੀ ਬੰਦ ਕਰੂੰਗੀ ਮੈਨੂੰ ਆਊਟਕਮ ਕੀ ਮਿਲਣਗੇ, ਹਰ ਕੋਈ ਪਹਿਲਾਂ ਹੀ ਸੋਚਦਾ। ਦਿਸ ਮੇ ਬੀ ਮੋਡੀਫਿਕੇਸ਼ਨ ਆਫ ਪ੍ਰੀਵੀਅਸ ਗੋਲਸ ਡਿਊ ਟੂ ਚੇਂਜ ਇੰਟਰਨਲ ਐਂਡ ਐਕਸਟਰਨਲ ਇਨਵਾਇਰਮੈਂਟ ਔਰ ਇਟ ਮੇ ਬੀ ਅ ਨਿਊ ਸੈਟ ਆਫ ਗੋਲਸ। ਜਾਂ ਤਾਂ ਮੋਡੀਫਿਕੇਸ਼ਨ ਕਰੋ ਆਪਣੇ ਪੁਰਾਣੇ ਗੋਲਸ ਨੂੰ ਨਿਊ ਗੋਲਸ ਦੇ ਨਾਲ ਚੇਂਜ ਕਰੋ ਜਾਂ ਨਿਊ ਸੈਟਅਪ ਕਰੋ ਆਪਣੇ ਗੋਲਸ ਅਤੇ ਆਬਜੈਕਟਿਵਸ ਦਾ। ਸਿਲੈਕਟ ਐਨ ਏਜੰਟ ਆਫ ਅ ਚੇਂਜ। ਦ ਨੈਕਸਟ ਸਟੈਪ ਇਜ਼ ਦੈਟ ਮੈਨੇਜਮੈਂਟ ਮਸਟ ਡਿਸਾਈਡ ਐਜ਼ ਟੂ ਹੂ ਵਿਲ ਇਨੀਸ਼ੀਏਟ ਐਂਡ ਓਵਰਸੀਜ਼ ਦ ਚੇਂਜ। ਕੌਣ ਦੇਖੇਗਾ? ਵਨ ਆਫ ਦ ਐਗਜ਼ਿਸਟਿੰਗ ਮੈਨੇਜਰਸ ਮੇ ਬੀ ਅਸਾਈਨ ਦਿਸ ਡਿਊਟੀ ਜਾਂ ਕੁਝ ਸਪੈਸ਼ਲਿਸਟ ਅਤੇ ਕੰਸਲਟੈਂਟਸ ਆਪਾਂ ਨੂੰ ਅਪੋਇੰਟ ਕਰਨੇ ਪੈਣਗੇ ਜੋ ਇਸ ਪ੍ਰੋਪਰ ਮੈਥਡ ਨੂੰ monitor ਕਰਨਗੇ। Diagnose the problem. The person who is appointed as the agent of a change will then gather all relevant data regarding the area of the problem where the change is needed. ਫਿਰ ਸਾਰਾ ਉਹ ਡਾਟਾ ਕਲੈਕਟ ਕਰੇਗਾ ਜਿੱਥੇ ਆਪਾਂ ਨੂੰ ਚੇਂਜ ਨੀਡ ਹੈ ਕਰਨ ਵਾਲਾ ਆਰਗੇਨਾਈਜੇਸ਼ਨ ਦੇ ਵਿੱਚ। ਫਿਰ ਇਹ ਡਾਟਾ ਆਪਾਂ ਕ੍ਰਿਟੀਕਲੀ ਐਨਾਲਾਈਜ਼ ਕਰਾਂਗੇ, ਪਿਨ ਪੁਆਇੰਟ ਕਰਾਂਗੇ ਕਿ ਆਪਣੇ ਕੀ ਕੀ ਇਸ਼ੂਜ਼ ਆ ਰਹੇ ਨੇ ਉਸਨੂੰ ਪਿਨ ਪੁਆਇੰਟ ਕਰਾਂਗੇ, ਪ੍ਰੋਪਰਲੀ ਤਰੀਕੇ ਨਾਲ ਦੇਖਾਂਗੇ ਤਾਂ ਸੋਲਿਊਸ਼ਨਸ ਆਪਾਂ ਫਿਰ ਫੋਕਸ ਕਰਾਂਗੇ ਕਿ ਇਹਨਾਂ ਦੇ ਆਪਾਂ ਕੀ ਸੋਲਿਊਸ਼ਨਸ ਬਣਾ ਸਕਦੇ ਹਾਂ। ਸਿਲੈਕਟ ਮੈਥਡੋਲੋਜੀ। ਦ ਨੈਕਸਟ ਇੰਪੋਰਟੈਂਟ ਸਟੈਪ ਇਜ਼ ਸਿਲੈਕਟ a methodology for a change which would be commonly acceptable and correct.
as the human tendency is resist the change, employees emotions must be taken into consideration। ਸਭ ਦੇਖਣਾ ਪੈਂਦਾ ਇਹਦੇ ਵਿੱਚ, employees ਦੇ emotions ਦੇਖਣੇ ਪੈਂਦੇ ਆ proper ਕੀ ਤਰੀਕੇ ਨਾਲ ਆਪਾਂ ਮਤਲਬ ਇੰਟਰੋਡਿਊਸ ਕਰੀਏ ਚੇਂਜ, ਕਿਵੇਂ ਇੰਟਰੋਡਿਊਸ ਕਰਨਾ ਆਰਗੇਨਾਈਜੇਸ਼ਨ ਦੇ ਵਿੱਚ, ਉਹ ਚੀਜ਼ ਨੂੰ ਇੱਕ ਵੀ ਜਿਹੜੇ ਆਰਗੇਨਾਈਜੇਸ਼ਨ ਦੇ ਲੋਕ ਨੇ ਉਹਨੂੰ ਪ੍ਰੋਪਰਲੀ ਤਰੀਕੇ ਨਾਲ ਐਕਸੈਪਟ ਕਰ ਲੈਣ। ਡਿਵੈਲਪ ਅ ਪਲਾਨ। After devising the methodology, the next step will be to put together a plan as to work is to be done. For example, if the management wants to change the promotion policy, it must decide as to what type of employees will be affected by it, कि मैं किहड़े टाइप ਦੇ employees ਇਸ ਚੀਜ਼ ਤੋਂ ਇਫੈਕਟ ਹੋਣਗੇ, whether to whether to change the policy for all the departments, ਵੀ ਉਹ ਸਾਰੇ ਡਿਪਾਰਟਮੈਂਟਸ ਲਈ ਆਪਾਂ ਚੇਂਜ ਕਰਨੀ ਹੈ ਐਟ ਵਨਸ, ਔਰ ਟਰਾਈ ਇਟ ਔਨ ਅ ਫਿਊ, ਜਾਂ ਸਾਰੇ ਡਿਪਾਰਟਮੈਂਟ ਇੰਪਲੀਮੈਂਟ ਕਰਨੀ ਹੈ ਜਾਂ ਕੁਛ ਡਿਪਾਰਟਮੈਂਟਸ 'ਤੇ ਆਪਾਂ ਪਹਿਲਾਂ ਟਰਾਈ ਕਰ ਸਕਦੇ ਹਾਂ ਇਸ ਚੀਜ਼ ਨੂੰ। ਨੈਕਸਟ ਹੈ ਸਟ੍ਰੈਟਜੀ ਫॉर ਇੰਪਲੀਮੈਂਟੇਸ਼ਨ ਆਫ ਅ ਪਲਾਨ। ਇਨ ਦਿਸ ਸਟੇਜ ਦ ਮੈਨੇਜਮੈਂਟ ਮਸਟ ਡਿਸਾਈਡ ਔਨ ਦ ਵੈਨ, ਵੇਅਰ, ਹਾਊ ਆਫ ਦ ਪਲਾਨ। ਠੀਕ ਹੈ, ਦਿਸ ਇਨਕਲੂਡਸ ਦ ਰਾਈਟ ਟਾਈਮ ਆਫ ਪੁੱਟਿੰਗ ਦ ਪਲਾਨ ਟੂ ਵਰਕ, ਕਿਸ ਰਾਈਟ ਟਾਈਮ 'ਤੇ ਆਪਾਂ ਨੇ ਪਲਾਨ ਨੂੰ ਇੰਪਲੀਮੈਂਟ ਕਰਨਾ ਹੈ। ਹਾਊ ਟੂ ਪਲਾਨ ਵਿਲ ਬੀ ਕਮਿਊਨੀਕੇਟਿਡ ਟੂ ਦ ਇੰਪਲੋਇਜ਼, ਕਿਵੇਂ ਆਪਾਂ ਨੇ ਪਲਾਨ ਆਪਣਾ ਇੰਪਲੋਇਜ਼ ਨੂੰ ਕਮਿਊਨੀਕੇਟ ਕਰਨਾ ਹੈ in order to have the least resistance, and how the implementation will be monitored। ठीक है, नेक्स्ट क्लास ਦੇ ਵਿੱਚ ਆਪਾਂ ਸਟੱਡੀ ਆਫ ਐਗਜ਼ਿਸਟਿੰਗ ਸਿਚੁਏਸ਼ਨ ਤੋਂ ਕੰਟੀਨਿਊ ਕਰਦੇ ਹਾਂ। ਠੀਕ, ਥੈਂਕ ਯੂ।